बहुत ही सत्कारयोग साथियों, ਅਸੀਂ ਹੁਣ ਵਿਗਿਆਨ ਭਵਨ 'ਚ ਬੈਠੇ ਹਾਂ। ਸਰਕਾਰ ਨਾਲ ਜਿਹੜੀ ਗੱਲਬਾਤ ਚੱਲਦੀ ਪਈ ਸੀਗੀ ਉਹਦੇ 'ਚ ਹੁਣ ਖਾਣੇ ਦੀ ਬ੍ਰੇਕ ਹੋਈ ਆ। ਹੁਣ ਤੱਕ ਗੱਲਬਾਤ ਦੇ ਵਿੱਚ ਸਰਕਾਰ ਜਿਹੜੀ ਅੱਗੇ ਨਹੀਂ ਵਧ ਰਹੀ ਗੀ, ਪਰ ਅੱਜ ਅਸੀਂ ਇੱਕ ਕੰਮ ਕਰਵਾਉਣ 'ਚ ਕਾਮਯਾਬ ਹੋਏ ਆ ਕਿ ਜਿਹੜੇ ਸਾਡੇ 70 ਦੇ ਕਰੀਬ ਕਿਸਾਨ ਸਾਡੇ ਸ਼ਹੀਦ ਹੋਏ ਸੰਘਰਸ਼ ਦੇ ਦੌਰਾਨ, ਜਿਨ੍ਹਾਂ ਦੇ 18 20 ਸਾਲ ਦੇ ਸਾਡੇ ਨੌਜਵਾਨ ਵੀ ਆ, ਜਿਨ੍ਹਾਂ ਦੇ ਮਾਪਿਆਂ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਸਭ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਆ, 2 ਮਿੰਟ ਦਾ ਮੌਨ ਧਾਰਨ ਕਰਕੇ, ਔਰ ਉਹਦੇ 'ਚ ਖੇਤੀਬਾੜੀ ਮੰਤਰੀ ਤੇ ਉਹਨਾਂ ਨੂੰ ਵੀ ਖੜੇ ਹੋਣਾ ਪਿਆ। ਇਸ ਦਾ ਮਤਲਬ ਸਾਫ਼ ਆ ਕਿ ਕੇਂਦਰ ਦੀ ਸਰਕਾਰ ਦੇ ਮੰਤਰੀਆਂ ਨੇ ਜੇ ਸ਼ਹੀਦਾਂ ਨੂੰ ਸਾਡੇ ਨਾਲ ਸ਼ਰਧਾਂਜਲੀ ਦਿੱਤੀ ਆ ਤੇ ਉਹਨਾਂ ਨੂੰ ਸ਼ਹੀਦ ਮੰਨ ਲਿਆ, ਤੇ ਜੇ ਸ਼ਹੀਦ ਮੰਨ ਲਿਆ ਤੇ ਉਹ ਸ਼ਹੀਦ ਕਿਸ ਚੀਜ਼ ਲਈ ਹੋਏ ਆ? ਉਹ ਇਸ ਦੇਸ਼ ਦੀ ਮਿੱਟੀ ਬਚਾਉਣ ਦੇ ਲਈ ਸ਼ਹੀਦ ਹੋਏ ਆ, ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਸ਼ਹੀਦ ਹੋਏ ਆ, ਆਪਣੀਆਂ ਫਸਲਾਂ ਬਚਾਉਣ ਦੇ ਲਈ ਸ਼ਹੀਦ ਹੋਇਆ। ਤੇ ਫਿਰ ਜਿਨ੍ਹਾਂ ਨੂੰ ਸ਼ਹੀਦ ਮੰਨ ਰਹੀ ਆ, ਫਿਰ ਉਸ ਲੜਾਈ ਨੂੰ ਵੀ ਠੀਕ ਮੰਨੇ ਤੇ ਉਹ ਲੜਾਈ ਦੀਆਂ ਮੰਗਾਂ ਨੂੰ ਵੀ ਠੀਕ ਮੰਨੇ ਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਜਿਹੜਾ ਹੈਗਾ ਉਹ ਰੱਦ ਕਰੇ। ਪਰ ਸਰਕਾਰ ਜਿਹੜੀ ਆ ਉਹ ਹਜੇ ਵੀ ਉਹਨਾਂ ਗੱਲਾਂ ਤੇ ਖੜੀ ਆ ਕਿ ਅਸੀਂ ਕਲੌਜ਼ ਵਾਈਜ਼ ਡਿਸਕਸ਼ਨ ਕਰਦੇ ਆ, ਜਿਹੜੇ ਮੁੱਦਿਆਂ ਤੋਂ ਤੁਹਾਨੂੰ ਜਿਹੜੀ ਹੈਗੀ ਆ ਸਮੱਸਿਆ ਹੈਗੀ ਅਸੀਂ ਢਾਹ ਦਿੰਦੇ ਆ। ਅਸੀਂ ਕਿਹਾ ਕਿ ਤੁਸੀਂ 1 ਵੀ ਇੰਚ ਅੱਗੇ ਨਹੀਂ ਵੱਧ ਰਹੇਗੇ, ਔਰ ਅਸੀਂ ਬਿਲਕੁਲ ਉਹਨਾਂ ਮੰਗਾਂ ਤੇ ਖੜੇ ਆ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਤਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਅਸੀਂ 10 ਕਦਮ ਅੱਗੇ ਵਧੀ ਆ ਸਰਕਾਰ, ਪਰ ਤੁਸੀਂ 1 ਵੀ ਕਦਮ ਅੱਗੇ ਨਹੀਂ ਵੱਧ ਰਹੇਗੇ। ਅਸੀਂ ਕਿਹਾ ਕਿ ਅਸੀਂ ਅੱਗੇ ਵਧਣ ਜਾਂ ਪਿੱਛੇ ਹਟਣ ਦਾ ਮਾਮਲਾ ਨਹੀਂ, ਅਸੀਂ ਸ਼ੁਰੂ ਤੋਂ ਹੀ ਇੱਕੋ ਗੱਲ ਤੇ ਖੜੇ ਆ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਵਿਰੋਧੀ ਆ, ਲੋਕਾਂ ਨੂੰ ਉਜਾੜਨ ਵਾਲੇ ਆ ਔਰ ਕਾਰਪੋਰੇਟ ਨੂੰ ਗੱਫੇ ਬਖਸ਼ਣ ਵਾਲੇ ਆ। ਇਸ ਕਰਕੇ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾਣੇ ਚਾਹੀਦੇ। ਇਹਦੇ 'ਚ ਨਾ ਸੋਧਾਂ ਮਨਜ਼ੂਰ ਆ, ਤੇ ਜਿਹੜਾ ਤੁਸੀਂ ਅਲਟਰਨੇਟਿਵ ਦੀ ਗੱਲ ਕਰਦੇ ਹੋ, ਇਹਦਾ ਅਲਟਰਨੇਟਿਵ ਕੋਈ ਨਹੀਂਗਾ, ਸਿਰਫ ਰੱਦ ਹੀ ਕਰਨੇ ਇਹ ਕਾਨੂੰਨ ਪੈਣੇ ਹੈਗੇ ਆ। ਔਰ ਇਸ ਤੋਂ ਇਲਾਵਾ ਜਿਹੜਾ ਤੁਸੀਂ 22 ਫਸਲਾਂ ਦਾ MSP ਡਿਕਲੇਅਰ ਕਰਦੇ ਹੋ, ਪਰ ਖਰੀਦਦੇ ਸਿਰਫ ਕਣਕ ਤੇ ਝੋਨਾ, ਉਹ 2 ਸੂਬਿਆਂ ਦੇ ਵਿੱਚ ਉਹਨਾਂ 22 ਫਸਲਾਂ ਦੀ ਜਿਹੜੀ ਖਰੀਦ ਨੂੰ ਕਾਨੂੰਨੀ ਗਰੰਟੀ ਦੇਣੀ ਹੋਊਗੀ, ਔਰ ਜਿਹੜਾ ਘੱਟ ਰੇਟ ਦੇਊਗਾ ਉਹਨੂੰ ਕਾਨੂੰਨੀ ਅਪਰਾਧ ਬਣਾਉਣਾ ਪਊਗਾ, ਤਾਂ ਕਿ ਇਸ ਦੇਸ਼ ਦੇ ਕਿਸੇ ਵੀ ਕੋਨੇ 'ਚ ਕਿਸਾਨ ਕੁਛ ਵੀ ਬੀਜੇ ਉਹਦਾ ਇੱਕ ਦਾਣਾ ਜਿਹੜਾ ਹੈਗਾ ਉਹ ਖਰੀਦਿਆ ਜਾਵੇ। ਤਾਂ ਹੁਣ ਜਿਹੜੀ ਮੀਟਿੰਗ ਦੇ ਵਿੱਚ ਬ੍ਰੇਕ ਹੋਈ ਆ, ਪਰ ਸਰਕਾਰ ਦਾ ਰਵੱਈਆ ਜਿਹੜਾ ਹੈਗਾ ਉਹ ਪਹਿਲਾਂ ਵਾਲਾ ਹੀ ਆ। ਹੁਣ ਇਹ ਦੇਖਦੇ ਆ ਖਾਣੇ ਤੋਂ ਬਾਅਦ ਜਦੋਂ ਦੁਬਾਰਾ ਬੈਠਾਂਗੇ ਕਿ ਸਰਕਾਰ ਕਿਸ ਪਾਸੇ ਤੁਰਦੀ ਹੈਗੀ ਆ। ਪਰ ਇੱਕ ਗੱਲ ਤੈਅ ਆ, ਜਿਵੇਂ ਕਹਿੰਦੇ ਹੁੰਦੇ ਨੇ ਕਿ ਸਰਕਾਰਾਂ ਦੀ ਦੂਰ ਦ੍ਰਿਸ਼ਟੀ ਹੁੰਦੀ ਆ, ਇਹ ਸਰਕਾਰ ਦੀ ਦੂਰ ਦ੍ਰਿਸ਼ਟੀ ਛੱਡੋ, ਇਹਦੇ ਕੋਲੇ ਦ੍ਰਿਸ਼ਟੀ ਹੋਈ ਨਹੀਂ ਹੈਗੀ। ਇਹ ਸਰਕਾਰ ਨੂੰ ਦੇਖ ਹੀ ਨਹੀਂ ਰਿਹਾ ਕਿ ਲੱਖਾਂ ਕਿਸਾਨ ਜਿਹੜੇ ਹੈਗੇ ਆ ਉਹ ਲਗਾਤਾਰ ਦਿੱਲੀ ਵਾਲੇ ਪਾਸੇ ਵਧ ਰਹੇ ਹੈਗੇ ਆ। ਬਿਲਕੁਲ ਜਿਸ ਤਰ੍ਹਾਂ ਦੀ ਤਾਨਾਸ਼ਾਹਾਂ ਦੀ ਹਾਲਤ ਹੁੰਦੀ ਆ, ਜਿਸ ਤਰ੍ਹਾਂ ਦੀ ਫਾਸ਼ੀਵਾਲ ਦੀ ਹਾਲਤ ਹੋਈ ਆ, ਜਿਸ ਤਰ੍ਹਾਂ ਦੀ ਹਿਟਲਰ ਦੀ ਹਾਲਤ ਹੋਈ ਸੀ, ਸ਼ਾਇਦ ਉਸ ਤਰ੍ਹਾਂ ਦੀ ਹਾਲਤ ਇਹ ਸਰਕਾਰ ਬਣਾਉਣਾ ਚਾਹੁੰਦੀ ਆ, ਕਿਉਂਕਿ ਬਿਲਕੁਲ ਹੀ ਇਹ ਤਾਨਾਸ਼ਾਹੀ ਸਰਕਾਰ ਆ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਦੀ, ਲੋਕਾਂ ਦੀ ਮੰਗਾਂ ਦੀ ਕੋਈ ਕਦਰ ਨਹੀਂ ਕਰ ਰਹੀ। ਪਰ ਇੱਕ ਗੱਲ ਤੈਅ ਆ ਕਿ ਇਸ ਘੋਲ ਨੇ ਜਿਹੜੇ ਜਿੱਤ ਦੇ ਅੰਜਾਮ ਤੱਕ ਪਹੁੰਚਣਾ, ਜਿੱਤ ਤੈਅ ਆ, ਤਰੀਕ ਜਿਹੜੀ ਆ ਉਹ ਜਲਦੀ ਹੀ ਜਿਹੜੀ ਹੈਗੀ ਆ ਉਹ ਤੈਅ ਹੋ ਜੂਗੀ। ਔਰ ਇਸੇ ਤਰ੍ਹਾਂ ਡਟੇ ਰਹੋ, ਜਿੱਤ ਕੇ ਜਿਹੜਾ ਹੈਗਾ ਇੱਥੋਂ ਵਾਪਸ ਜਾਣਾ ਹੈਗਾ। ਮੀਟਿੰਗ ਦੀ ਪੂਰੀ ਜਿਹੜੀ ਜਾਣਕਾਰੀ ਵੀ ਦੂਜੇ ਰਾਊਂਡ 'ਚ ਕੀ ਬਣਿਆ ਹੈਗਾ ਉਹ ਤੁਹਾਨੂੰ ਫੇਰ ਦੇਵਾਂਗੇ। ਫਿਲਹਾਲ ਤੱਕ ਸਰਕਾਰ 1 ਵੀ ਕਦਮ ਅੱਗੇ ਜਿਹੜੀ ਨਹੀਂ ਵਧ ਰਹੀ। ਰਜਿੰਦਰ ਜੀ, ਜੇ ਮੈਂ ਗੱਲ ਕਰਾਂ ਸਰਕਾਰ ਦਾ ਵਤੀਰਾ ਕਿਵੇਂ ਦਾ ਰਿਹਾ, ਅੰਦਰ ਗੱਲ ਕਰਨ ਦਾ ਲਿਹਾਜ਼ ਹੁੰਦਾ ਉਹ ਕਿਵੇਂ ਦਾ ਸੀ? ਦੇਖੋ, ਸਰਕਾਰ ਦਾ ਵਤੀਰਾ ਤਾਂ ਸ਼ਬਦਾਂ ਤੋਂ ਨਹੀਂ, ਉਹਨਾਂ ਦੇ ਸਟੈਂਡ ਤੋਂ ਜੱਜ ਕਰਨਾ ਚਾਹੀਦਾ ਹੈਗਾ, ਕਿਉਂਕਿ ਜਿਹੜਾ ਉਹਨਾਂ ਦਾ ਸਟੈਂਡ ਹੈਗਾ, ਸਟੈਂਡ ਬੇਹੱਦ ਮਾੜਾ ਔਰ ਕਿਸਾਨ ਵਿਰੋਧੀ ਹੈਗਾ। ਜਦੋਂ ਅਸੀਂ ਇਹ ਕਿਹਾ ਕਿ ਮੱਧ ਪ੍ਰਦੇਸ਼ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਆ, ਬਿਹਾਰ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਆ, ਉਹ ਕਹਿੰਦੇ ਮੱਧ ਪ੍ਰਦੇਸ਼ ਤੇ ਬਿਹਾਰ ਦੇ ਕਿਸਾਨ ਤਾਂ ਸਾਡੇ ਨਾਲ ਹੈਗੇ ਆ, ਉੱਥੇ ਤਾਂ ਕੋਈ ਵਿਰੋਧ ਹੀ ਨਹੀਂ ਹੋ ਰਿਹਾ। ਜਦੋਂ ਅਸੀਂ ਕਿਹਾ ਕਿ ਜਿਹੜੇ ਬਿਹਾਰ ਤੇ ਪਟਨਾ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਵਿਰੋਧ ਕੀਤਾ, ਤੁਸੀਂ ਉਹਨਾਂ ਦੇ ਲਾਠੀ ਚਾਰਜ ਕੀਤਾ, ਉਹਨੂੰ ਤੁਸੀਂ ਕੀ ਮੰਨਦੇ ਹੋ? ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਬਿਹਾਰ ਦੇ ਵਿੱਚ ਕੋਈ ਵਿਰੋਧ ਨਹੀਂ ਹੈਗਾ ਗਾ? ਬਿਹਾਰ ਦਾ ਕਿਸਾਨ ਨੂੰ 700-800 ਰੁਪਏ ਘੱਟ ਮਿਲਦਾ ਕਣਕ ਝੋਨੇ ਤੋਂ, ਉਹ ਮਜਬੂਰੀ ਵਸ ਜਿਹੜਾ ਪੰਜਾਬ 'ਚ ਲਿਆ ਕੇ ਵੇਚਦਾ ਹੈਗਾ। ਤੁਸੀਂ ਉੱਥੇ ਸਰਕਾਰੀ ਮੰਡੀਆਂ ਤਬਾਹ ਕਰਤੀਆਂ, ਉੱਥੋਂ ਦੀ ਕਿਸਾਨੀ ਤਬਾਹ ਕਰਤੀ ਹੈਗੀ ਆ। ਔਰ ਜਿਹੜਾ ਪਟਨਾ 'ਚ ਏਡਾ ਵੱਡਾ ਅੰਦੋਲਨ ਹੋਇਆ, ਤੁਸੀਂ ਕਿਵੇਂ ਕਹਿ ਸਕਦੇ ਉੱਥੇ ਵਿਰੋਧ ਨਹੀਂ? ਤਾਂ ਇਹਦੇ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਉਹ ਤਾਂ ਕਰ ਰਹੀਆਂ ਨੇ, ਉਹ ਗਲਤ ਆ। ਫਿਰ ਜਦੋਂ ਅਸੀਂ ਕਿਹਾ ਕਿ ਜੇ ਰਾਜਨੀਤਿਕ ਪਾਰਟੀਆਂ ਜੋ ਕੁਝ ਕਰਦੀਆਂ ਗਲਤ ਕਰਦੀਆਂ ਨੇ, ਫਿਰ ਤੁਸੀਂ ਵੀ ਤਾਂ ਰਾਜਨੀਤਿਕ ਪਾਰਟੀ ਹੋ, ਤੁਸੀਂ ਕਿਹੜਾ ਕੰਮ ਠੀਕ ਕਰ ਰਹੇ ਹੋ? ਤੁਸੀਂ ਵੀ ਤਾਂ ਗਲਤ ਕੰਮ ਹੀ ਕਰ ਰਹੇ ਹੋ। ਇਸ ਗੱਲ ਤੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਧੰਨਵਾਦ। ਕਿਰਪਾ ਸਿੰਘ ਜੀ, ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀ ਉੱਥੇ,
ਆਪਣੇ ਕਾਈਂਡਲੀ ਪ੍ਰਤੀਕਰਮ ਜੋ ਤੁਹਾਡਾ ਹੈਗਾ ਉਹ ਸ਼ੇਅਰ ਕਰੋ। ਦੇਖੋ, ਸਰਕਾਰ ਨੇ ਇੱਕ ਗੱਲ ਮੰਨੀ ਕਿ ਅਸੀਂ ਜਦੋਂ ਕਿਹਾ ਕਿ ਜਿਹੜਾ ਸਟੇਟ ਸਬਜੈਕਟ ਆ ਐਗਰੀਕਲਚਰ, ਪਰ ਉੱਥੇ ਅੱਜ ਫਿਰ ਤੋਮਰ ਜੀ ਨੇ ਇਹੀ ਗੱਲ ਕਹੀ ਕਿ ਇਹ ਜਿਹੜਾ ਕਾਨੂੰਨ ਅਸੀਂ ਲੈ ਕੇ ਆਏ, ਅਸੀਂ ਟ੍ਰੇਡਿੰਗ ਦੀ ਲੈ ਕੇ ਆਏ ਔਰ ਸਾਡਾ ਸੈਂਟਰ ਦਾ ਅਧਿਕਾਰ ਸੀ। ਔਰ ਉਹਨੇ ਇਹ ਵੀ ਗੱਲ ਕਹੀ ਹੁਣ ਜਿੱਥੇ ਲੱਗਦਾ ਕਿ ਜਿਹੜਾ ਪੇਜ ਉਹ ਸੁਪਰੀਮ ਕੋਰਟ ਵਿੱਚ ਫਸਾਉਣਾ ਚਾਹੁੰਦੇ, ਉਹ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਅਸੀਂ ਗਲਤ ਕੁਝ ਕੀਤਾ ਤਾਂ ਤੁਸੀਂ ਸੁਪਰੀਮ ਕੋਰਟ ਵਿੱਚ ਚਲੇ ਜਾਓ। ਇੱਥੇ ਸਰਕਾਰ ਦੀ ਮੈਂ ਕਹਿੰਦਾ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਸਾਡੀ ਮੈਨੂੰ ਤਕਰੀਬਨ ਜਿਹੜੀ ਲੱਗਦੀ ਕਿ ਬੇਸਿਕ ਹੀ ਰਹੂਗੀ ਪਿਛਲੀਆਂ ਮੀਟਿੰਗਾਂ ਨਾਲ, ਕਿਉਂਕਿ ਸਰਕਾਰ ਕੋਈ ਹੱਥ ਪੱਲਾ ਨਹੀਂ ਫੜਾ ਰਹੀ, ਪਰ ਅਸੀਂ ਫਿਰ ਵੀ ਉਹ ਉੱਥੇ ਆਪਣੀ ਜਦੋਜਹਿਦ ਜਾਰੀ ਹੈ ਸਾਡੀ ਅੰਦਰ ਮੀਟਿੰਗ ਦੇ ਵਿੱਚ। ਔਰ ਅਸੀਂ ਬਿਲਕੁਲ ਸਰਕਾਰ ਨੂੰ ਕਿਹਾ ਅਸੀਂ ਜਿੱਥੇ ਖੜੇ ਸੀ ਉੱਥੇ ਹੀ ਖੜੇ ਹਾਂ, ਤੁਸੀਂ ਇਹ ਜਲਦੀ ਤੋਂ ਜਲਦੀ ਕਾਨੂੰਨ ਰੱਦ ਕਰੋ, ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਹੱਲ ਨਹੀਂ। ਕਿਰਪਾ ਸਿੰਘ ਜੀ, ਇੱਕ ਗੱਲ ਕਲੀਅਰ ਕਰ ਦਿਓ ਆਪਣੇ ਵਿਊਅਰਸ ਨੂੰ, ਜਿਹੜੇ ਲੋਕ ਦਿਲੋਂ ਸਾਡੇ ਨਾਲ ਇਸ ਕਿਸਾਨੀ ਦੇ ਸੰਘਰਸ਼ ਦੇ ਵਿੱਚ ਜੁੜੇ ਨੇ, ਕੀ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਵਾਪਸ ਜਾਵਾਂਗੇ ਕਿ ਸੋਧ ਕਰਾ ਕੇ ਜਾਵਾਂਗੇ? ਪਹਿਲਾਂ ਬਲਜੀਤ ਜੀ, ਮੈਂ ਉਹਨਾਂ ਸਾਰੇ ਲੋਕਾਂ ਦੇ ਸੰਯੁਕਤ ਮੋਰਚੇ ਵੱਲੋਂ ਉਹਨਾਂ ਨੂੰ ਸਲਾਮ ਕਰਨਾ ਕਿ ਇੰਨੀ ਠੰਡ ਦੇ ਵਿੱਚ ਉਹ ਇਸ ਮੋਰਚੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਅੱਗੇ ਸਾਡਾ ਸੀਸ ਝੁਕਦਾ ਸਾਰਿਆਂ ਅੱਗੇ। ਸੋ ਮੈਂ ਇਹ ਗੱਲ ਤਾਂ ਪੱਕੀ ਹੈ ਕਿ ਅਸੀਂ ਉੱਥੇ ਬਿੱਲ ਸਰਕਾਰ ਨੇ ਅੱਜ ਮੰਨਿਆ ਕਿ ਤੁਸੀਂ 1 ਇੰਚ ਵੀ ਨਹੀਂ ਉਸ ਦਾ ਪਿੱਛੇ ਹਟਿਆ, ਅਸੀਂ 2 ਕਿਲੋਮੀਟਰ ਪਿੱਛੇ ਹਟਿਆ, ਪਰ ਸਾਡੀ ਜਿਹੜੀ ਮੇਨ ਜਿਹੜੀ ਮੰਗ ਉਹ ਉਹੀ ਆ ਕਿ ਸਾਡੇ ਜਿਹੜੇ ਕਾਨੂੰਨ ਰੱਦ ਕੀਤੇ ਜਾਣ। ਜਿਹੜੀਆਂ ਦੂਸਰੀਆਂ ਸਰਦੀਆਂ ਉਹ 2 ਨੰਬਰ ਵਾਲੀਆਂ ਮੰਗਾਂ ਸੀ ਜਿਹੜੀਆਂ ਤੁਸੀਂ ਮੰਨੀਆਂ ਨੇ, ਸਾਡੀ ਮੇਨ ਮੰਗ ਜਿਹੜੀ ਉਹ ਇਹ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਔਰ MSP ਤੇ ਕਾਨੂੰਨ